ਹੈਲੋ एवरीवन। ਤਾਂ ਅੱਜ ਆਪਾਂ ਇਹ ਚੈਪਟਰ ਕਰਨ ਜਾ ਰਹੇ ਹਾਂ ਪੰਜਾਬੀ ਵਿਰਸਾ, ਜੋ 9ਵੀਂ ਕਲਾਸ ਦੀ ਸਾਹਿਤਕ ਕਿਰਨਾਂ ਬੁੱਕ ਦਾ ਇੱਕ ਪਾਠ ਹੈ। ਇੱਕ ਲੇਖ ਹੈ ਜਿਹੜਾ ਹਰਕੀਸ਼ ਸਿੰਘ ਕਹਿਲ ਨੇ ਲਿਖਿਆ ਹੈ। ਤਾਂ ਇਹ 3 ਪਾਰਟਸ ਵਿੱਚ ਡਿਵਾਈਡਡ ਹੈ। ਸਰੋਂ ਦਾ ਸਾਗ, ਜਿਹਦੇ ਵਿੱਚ ਦੱਸਿਆ ਗਿਆ ਵੀ ਸਰੋਂ ਦਾ ਸਾਗ ਕਿਵੇਂ ਬਣਦਾ ਹੈ ਅਤੇ ਉਹਦੇ 'ਚ ਕੀ ਕੁਛ ਹੁੰਦਾ ਹੈ। ਦੂਜਾ ਪਾਰਟ ਹੈ ਜੰਡ, ਜਿਹਦੇ ਵਿੱਚ ਜੰਡ ਦੇ ਰੁੱਖ ਬਾਰੇ ਦੱਸਿਆ ਗਿਆ ਹੈ। ਅਤੇ ਤੀਜਾ ਪਾਰਟ ਹੈਗਾ ਹੈ ਸੱਗੀ, ਜਿਹਦੇ ਵਿੱਚ ਆ ਗਹਿਣਾ ਹੈ ਸੱਗੀ, ਉਹਦੇ ਬਾਰੇ ਦੱਸਿਆ ਗਿਆ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਮੈਂ ਇਹਦੇ ਵਿੱਚ ਚੈਪਟਰ ਰੀਡ ਕਰੂੰਗੀ ਅਤੇ ਇੰਪੋਰਟੈਂਟ ਕੁਐਸਚਨਸ ਦੱਸੂੰਗੀ। ਸਰੋਂ ਦਾ ਸਾਗ। ਸਰੋਂ ਦਾ ਸਾਗ ਹਰੇ ਪੱਤੇ ਜਾਂ ਗੰਦਲਾਂ ਨੂੰ ਜੋ ਰਿੰਨ ਕੇ ਸਬਜ਼ੀ ਵਜੋਂ ਖਾਧੇ ਜਾਂਦੇ ਹਨ। ਸਰੋਂ ਦੇ ਹਰੇ ਪੱਤੇ ਜਾਂ ਗੰਦਲਾਂ ਨੂੰ ਜੋ ਰਿੰਨ ਕੇ ਸਬਜ਼ੀ ਵਜੋਂ ਖਾਧੇ ਜਾਂਦੇ ਹਨ, ਸਰੋਂ ਦਾ ਸਾਗ ਕਹਿੰਦੇ ਹਨ। ਤਾਂ ਇਹਦੇ ਵਿੱਚੋਂ ਸਿੱਧਾ ਇੱਕ 1 ਮਾਰਕ ਦਾ ਕੁਐਸਚਨ ਬਣ ਰਿਹਾ ਵੀ ਸਰੋਂ ਦਾ ਸਾਗ ਕਿਸ ਨੂੰ ਕਹਿੰਦੇ ਹਨ। ਇੱਥੇ ਮੈਂ ਲਿਖ ਲਿਆ ਸਾਈਡ 'ਤੇ। ਜਦੋਂ ਵੀ ਤੁਸੀਂ ਰੀਡ ਕਰਦੇ ਹੋ ਨਾ ਕੁਐਸਚਨ ਸਾਈਡ 'ਤੇ ਲਿਖ ਲਿਆ ਕਰੋ, ਤਾਂ ਫਿਰ ਸਹੀ ਰਹਿੰਦਾ, ਵੀ ਪਤਾ ਚੱਲ ਜਾਂਦਾ ਕਿਹੜਾ ਕੁਐਸਚਨ ਕਰਨਾ ਹੈ। ਅੱਗੇ ਰੀਡ ਕਰਦੇ ਹਾਂ। ਸਿਆਲ ਦੇ ਮੌਸਮ ਵਿੱਚ ਸਰੋਂ ਦਾ ਸਾਗ ਖਾਣਾ ਪੰਜਾਬੀਆਂ ਦੀ ਮਨਭਾਉਂਦੀ ਸਬਜ਼ੀ ਹੈ। ਇੱਥੇ ਹੁਣ ਇੱਕ 1 ਵਰਡ ਕੁਐਸਚਨ ਬਣਦਾ ਹੈ ਵੀ ਸਰੋਂ ਦਾ ਸਾਗ ਕਿਹੜੇ ਮੌਸਮ ਵਿੱਚ ਜ਼ਿਆਦਾ ਖਾਧਾ ਜਾਂਦਾ ਹੈ, ਸਿਆਲ ਦੇ ਮੌਸਮ ਵਿੱਚ ਜਾਂ ਫਿਰ ਸਰਦੀ ਦੇ ਮੌਸਮ ਵਿੱਚ। ਇੱਕੋ ਹੀ ਗੱਲ ਹੈ। ਨੈਕਸਟ, ਸਾਗ ਲੋਹਾ, ਕੈਲਸ਼ੀਅਮ ਅਤੇ ਵਿਟਾਮਿਨ ਦਾ ਭੰਡਾਰ ਹੈ। ਸਾਗ 'ਚ ਸਾਨੂੰ ਕਿਹੜੇ ਕਿਹੜੇ ਵਿਟਾਮਿਨਸ, ਹੁਣ ਮੈਨੂੰ ਪਤਾ ਨਹੀਂ ਦਾ ਸਹੀ ਸ਼ਬਦ ਕੀ ਹੈ, ਪਰ ਉਹ ਪੁੱਛ ਸਕਦੇ। ਮੈਨੂੰ ਲੱਗਦਾ ਪਿੱਛੇ ਬੈਕ ਐਕਸਰਸਾਈਜ਼ 'ਚ ਹੈਗੀ, ਇੱਕ ਵਾਰੀ ਦੇਖਣ ਦਿਓ। ਹਾਂ, ਸਰੋਂ ਦਾ ਸਾਗ ਖਾਣ ਨਾਲ ਕੀ ਫਾਇਦਾ ਹੁੰਦਾ ਹੈ, ਐਵੇਂ ਪੁੱਛ ਸਕਦੇ। ਅਤੇ ਆਪਾਂ ਲਿਖਾਂਗੇ ਇਹਦੇ ਨਾਲ ਆਪਾਂ ਨੂੰ ਕੈਲਸ਼ੀਅਮ, ਵਿਟਾਮਿਨ ਅਤੇ ਲੋਹਾ ਮਿਲਦਾ ਹੈ। ਲੋਹਾ ਯਾਨੀ ਆਇਰਨ, ਇੱਥੇ ਆਇਰਨ, ਠੀਕ ਹੈ। ਅਤੇ ਨੈਕਸਟ ਹੈ, ਪਹਿਲਾਂ ਸਰੋਂ ਦੇ ਪੱਤਿਆਂ ਦਾ ਸਾਗ ਬਣਾਇਆ ਜਾਂਦਾ। ਇੱਥੋਂ ਸ਼ੁਰੂ ਹੁੰਦਾ ਕੁਐਸਚਨ ਵੀ ਸਰੋਂ ਦਾ ਸਾਗ ਬਣਾਉਣ ਦੀ ਵਿਧੀ ਦੱਸੋ। ਆਪਾਂ ਇੱਥੇ ਸਾਈਡ 'ਤੇ ਲਿਖ ਲੈਂਦੇ ਹਾਂ ਦੋਨੋਂ ਕੁਐਸਚਨਸ ਜਿਹੜੇ ਆਪਾਂ ਹੋਰ ਬਣਾਏ ਸੀ। ਤੁਸੀਂ ਵੀ ਨੋਟ ਕਰ ਲਓ ਨਾਲ ਜੇ ਕਰਨੇ ਆ। ਸਾਗ ਕਿਸ ਨੂੰ ਕਹਿੰਦੇ ਹਨ? ਸਰੋਂ ਦਾ ਸਾਗ ਕਿਸ ਮੌਸਮ ਵਿੱਚ ਜ਼ਿਆਦਾ ਖਾਧਾ ਜਾਂਦਾ ਹੈ? ਤੀਜਾ ਕੁਐਸਚਨ, ਇਸ ਤੋਂ ਕੀ ਫਾਇਦਾ ਹੁੰਦਾ? ਵੈਸੇ ਤਾਂ ਉਹ ਕੁਐਸਚਨ ਪਿੱਛੇ ਵੀ ਹੈਗਾ ਹੈ ਬੈਕ ਐਕਸਰਸਾਈਜ਼ ਵਿੱਚ, ਪਰ ਆਪਾਂ ਫਿਰ ਵੀ ਲਿਖ ਲੈਂਦੇ ਹਾਂ। ਸਰੋਂ ਦਾ ਸਾਗ ਖਾਣ ਦਾ ਕੀ ਫਾਇਦਾ ਹੁੰਦਾ ਹੈ? ਖਾਣ ਦੇ ਕੀ ਫਾਇਦੇ ਹੁੰਦੇ ਹਨ? ਇੱਕ ਫਾਇਦਾ ਨਹੀਂ ਹੈ। ਸਰੋਂ ਦਾ ਸਾਗ ਖਾਣ ਦੇ ਕੀ ਫਾਇਦੇ ਹੁੰਦੇ ਹਨ? ਤਾਂ ਆਪਾਂ ਨੂੰ ਸਰੋਂ ਦਾ ਸਾਗ ਖਾਣ ਨਾਲ ਲੋਹਾ, ਕੈਲਸ਼ੀਅਮ ਅਤੇ ਵਿਟਾਮਿਨ ਮਿਲਦਾ ਹੈ। ਅਗਲਾ, ਹੁਣ ਇਹ ਵਿਧੀ, ਅੱਛਾ ਆਪਾਂ ਇਹ ਵੀ ਲਿਖ ਲੈਂਦੇ ਹਾਂ। ਸਰੋਂ ਦਾ ਸਾਗ ਬਣਾਉਣ ਦੀ ਵਿਧੀ ਲਿਖੋ। ਠੀਕ ਹੈ, ਹੁਣ ਆਪਾਂ ਇਹ ਪੜ੍ਹਦੇ ਹਾਂ। ਪਹਿਲਾਂ ਸਰੋਂ ਦੇ ਪੱਤਿਆਂ ਦਾ ਸਾਗ ਬਣਾਇਆ ਜਾਂਦਾ ਹੈ। ਇਸ ਵਿੱਚ ਥੋੜ੍ਹਾ ਜਿਹਾ ਬਾਥੂ ਅਤੇ ਪਾਲਕ ਵੀ ਪਾ ਲੈਂਦੇ ਹਨ। ਕੀ ਪਾਉਂਦੇ? ਬਾਥੂ ਅਤੇ ਪਾਲਕ। ਜਦ ਸਰੋਂ ਦੀਆਂ ਗੰਦਲਾਂ ਨਿਕਲ ਆਉਂਦੀਆਂ ਹਨ, ਉਸ ਸਮੇਂ ਗੰਦਲਾਂ ਦਾ ਸਾਗ ਬਣਾਉਂਦੇ ਹਨ। ਹੁਣ ਇੱਥੇ ਜੇ ਤੁਹਾਨੂੰ ਉਹਨਾਂ ਨੇ ਕਿਹਾ, ਟੀਚਰਸ ਨੇ ਵੀ ਤੁਹਾਨੂੰ ਵਰਡ ਮੀਨਿੰਗ ਵੀ ਪੁੱਛ ਸਕਦਾ, ਤਾਂ ਮੈਨੂੰ ਲੱਗਦਾ ਗੰਦਲ ਦਾ ਮੀਨਿੰਗ ਜ਼ਰੂਰ ਹੀ ਪੁੱਛਣਗੇ, ਤਾਂ ਕਰਕੇ ਉਹ ਯਾਦ ਕਰ ਲਿਓ। ਸਰੋਂ ਦੇ ਬੂਟੇ ਦੀ ਮੋਟੀ ਡੰਡੀ। ਹਾਂ, ਹੱਥ ਨਾਲ ਸਾਗ ਚੀਰਨ ਵਾਲੀ ਦਾਤੀ ਨਾਲ ਪਹਿਲਾਂ ਸਰੋਂ ਦੇ ਪੱਤਿਆਂ ਜਾਂ ਗੰਦਲਾਂ ਨੂੰ ਚੀਰਿਆ ਜਾਂਦਾ ਹੈ। ਫਿਰ ਵਿੱਚ ਬਾਥੂ ਅਤੇ ਪਾਲਕ ਚੀਰ ਲੈਂਦੇ ਹਨ। ਮਿੱਟੀ ਦੀ ਤੌੜੀ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਗਰਮ ਕਰਨ ਨਾਲ ਚੁੱਲ੍ਹੇ ਉੱਪਰ ਰੱਖਿਆ ਜਾਂਦਾ ਹੈ। ਕਿਸ ਭਾਂਡੇ ਵਿੱਚ ਰੱਖਿਆ ਜਾਂਦਾ? ਮਿੱਟੀ ਦੀ ਤੌੜੀ ਵਿੱਚ। ਮਿੱਟੀ ਦੀ ਤੌੜੀ ਵਿੱਚ। ਵੈਸੇ ਤਾਂ ਇਸੇ ਆਨਸਰ 'ਚ ਆ ਜਾਊਗਾ, ਵਿਧੀ ਵਿੱਚ ਹੀ, ਪਰ ਜੇ ਤੁਸੀਂ 1 ਵਰਡ ਅੱਡ ਯਾਦ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ। ਕਿਹੜੇ ਬਰਤਨ ਵਿੱਚ ਬਣਾਇਆ ਜਾਂਦਾ? ਮਿੱਟੀ ਦੀ ਤੌੜੀ ਵਿੱਚ। ਹਾਂ, ਮਿੱਟੀ ਦੀ ਤੌੜੀ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ
ਕਰਨ ਲਈ ਚੁੱਲ੍ਹੇ ਉੱਪਰ ਰੱਖਿਆ ਜਾਂਦਾ ਹੈ। ਚੁੱਲ੍ਹੇ ਵਿੱਚ ਲੱਕੜਾਂ, ਪਾਥੀਆਂ ਅਤੇ ਗੁੱਲਾਂ ਨਾਲ ਅੱਗ ਬਾਲੀ ਜਾਂਦੀ ਹੈ। ਕਿਸ ਚੀਜ਼ ਨਾਲ ਅੱਗ ਬਾਲੀ ਜਾਂਦੀ ਹੈ? ਲੱਕੜਾਂ, ਪਾਥੀਆਂ ਅਤੇ ਗੁੱਲਾਂ ਨਾਲ। ਹੁਣ ਤੁਸੀਂ ਪੁੱਛੋਗੇ ਗੁੱਲਾਂ ਕੀ ਹੁੰਦਾ? ਇੱਥੇ ਲਿਖਿਆ ਹੋਇਆ ਛੱਲੀ ਦੇ ਦਾਣੇ ਕੱਢਣ ਮਗਰੋਂ ਬਚਿਆ ਹਿੱਸਾ। ਮਤਲਬ ਜਦੋਂ ਆਪਾਂ ਛੱਲੀ ਦੇ ਦਾਣੇ ਉਹਦੇ 'ਚੋਂ ਕੱਢ ਲੈਂਦੇ ਹਾਂ, ਉਹਦੇ ਪਿੱਛੇ ਨਾ ਇੱਕ ਹਾਰਡ ਜਿਹਾ ਪਾਰਟ ਰਹਿ ਜਾਂਦਾ ਹੈ। ਕਦੇ ਦੇਖਿਆ ਹੋਊਗਾ ਤਾਂ ਪਤਾ ਹੋਊਗਾ, ਉਹ ਤੁਸੀਂ ਹੁਣ ਦੇਖ ਸਕਦੇ ਹੋ। ਉਹਦੇ ਨਾਲ ਅੱਗ ਬਾਲੀ ਜਾਂਦੀ, ਕਿਉਂਕਿ ਉਹ ਹੋਰ ਤਾਂ ਕਿਸੇ ਕੰਮ ਆਉਂਦਾ ਨਹੀਂ। ਹੁਣ ਉਹਨੂੰ ਤਾਂ ਆਪਾਂ ਖਾ ਨਹੀਂ ਸਕਦੇ, ਇਸ ਲਈ ਉਹਦੇ ਨਾਲ ਅੱਗ ਬਾਲ ਲੈਂਦੇ ਆ। ਜਦ ਪਾਣੀ ਗਰਮ ਹੋ ਜਾਂਦਾ ਹੈ ਤਾਂ ਉਸ ਵਿੱਚ ਚੀਰੇ ਹੋਏ ਪੱਤੇ ਜਾਂ ਗੰਢਲਾਂ, ਪਾਲਕ ਅਤੇ ਬਾਥੂ ਪਾ ਦਿੰਦੇ ਹਨ। ਵਿੱਚ ਲੂਣ ਮਿਰਚਾਂ ਪਾ ਦਿੰਦੇ ਹਨ। ਆਮ ਤੌਰ 'ਤੇ ਸਾਗ ਵਿੱਚ ਹਰੀਆਂ ਮਿਰਚਾਂ ਪਾਉਂਦੇ ਹਨ। ਜਦ ਸਾਗ ਪੂਰਾ ਰਿੱਝ ਜਾਂਦਾ ਹੈ ਤਾਂ ਉਸ ਵਿੱਚ ਮੱਕੀ ਦੇ ਆਟੇ ਦਾ ਆਲਣ ਪਾ ਕੇ ਘੋਟਣੀ ਨਾਲ ਚੰਗੀ ਤਰ੍ਹਾਂ ਘੋਟਿਆ ਜਾਂਦਾ ਹੈ। ਆਹ ਦੇਖੋ, ਜਿਹੜੀ ਇਹਨਾਂ ਨੇ ਫੜੀ ਹੋਈ ਹੈ ਇੱਥੇ ਦਿਖਾਈ ਆ, ਇਹਨੂੰ ਘੋਟਣੀ ਕਹਿੰਦੇ ਆ। ਆਲਣ ਪਾਉਣ ਦਾ ਮਤਲਬ ਹੁੰਦਾ ਹੈ ਸਾਗ ਨੂੰ ਮਿਲਾਉਣ ਲਈ ਆਟਾ ਪਾਉਣਾ। ਇੱਕ ਦਿਨ ਦਾ ਧਰਿਆ ਸਾਗ ਤੜਕਾ ਲਾ ਕੇ ਕਈ ਦਿਨ ਖਾਧਾ ਜਾਂਦਾ ਹੈ। ਸਭ ਤੋਂ ਸਵਾਦ ਸਾਗ ਸਰੋਂ ਦੀਆਂ ਗੰਢਲਾਂ ਦਾ ਬਣਦਾ ਹੈ। ਬਾਥੂ ਦੀ ਥਾਂ ਹੁਣ ਜ਼ਿਆਦਾ ਪਾਲਕ, ਮੇਥੇ ਪਾਇਆ ਜਾਂਦਾ ਹੈ। ਸਾਗ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਖਾਧਾ ਜਾਂਦਾ ਹੈ। ਹੁਣ ਦੀਆਂ ਬਹੁਤੀਆਂ ਇਸਤਰੀਆਂ ਸਾਗ ਬਣਾਉਣਾ ਵੀ ਨਹੀਂ ਚਾਹੁੰਦੀਆਂ। ਸਾਗ ਹੁਣ ਹੱਥ ਵਾਲੀ ਦਾਤੀ ਨਾਲ ਨਹੀਂ ਚੀਰਿਆ ਜਾਂਦਾ। ਹੁਣ ਸਾਗ ਚੀਰਨ ਵਾਲੀਆਂ ਮਸ਼ੀਨਾਂ ਬਾਜ਼ਾਰ ਵਿੱਚ ਮਿਲ ਜਾਂਦੀਆਂ ਹਨ। ਸਾਗ ਹੁਣ ਮਿੱਟੀ ਦੀ ਤੌੜੀ ਦੀ ਥਾਂ ਦੇਗ ਦੇ ਪਤੀਲਿਆਂ ਜਾਂ ਪ੍ਰੈਸ਼ਰ ਕੁੱਕਰਾਂ ਵਿੱਚ ਬਣਾਇਆ ਜਾਂਦਾ ਹੈ। ਕਈ ਪਰਿਵਾਰ ਸਾਗ ਨੂੰ ਹੁਣ ਘੋਟਣੀ ਨਾਲ ਘੋਟਣ ਦੀ ਥਾਂ ਮਿਕਸੀ ਵਿੱਚ ਘੋਟ ਕੇ ਆਲਣ ਪਾ ਲੈਂਦੇ ਹਨ। ਸਾਗ ਦੀ ਹੁਣ ਪਹਿਲਾਂ ਵਾਲੀ ਚੜ੍ਹਤ ਨਹੀਂ ਰਹੀ। ਹੁਣ ਇਹਦੇ 'ਚੋਂ ਆਪਾਂ ਕੁਐਸਚਨ ਬਣਾ ਸਕਦੇ ਵੀ ਸਾਗ ਦੀ ਹੁਣ ਪਹਿਲਾਂ ਵਾਲੀ ਚੜ੍ਹਤ ਕਿਉਂ ਨਹੀਂ ਰਹੀ? ਇਹ ਆਪਾਂ ਲਿਖ ਲੈਂਦੇ ਹਾਂ। ਸਾਗ ਦੀ ਹੁਣ ਪਹਿਲਾਂ ਵਾਲੀ ਚੜ੍ਹਤ ਕਿਉਂ ਨਹੀਂ ਰਹੀ? ਹੁਣ ਇਹਦੇ ਵਿੱਚ ਆ ਸਾਰਾ ਪੈਰਾਗ੍ਰਾਫ ਆ ਜਾਊਗਾ, ਇੱਥੋਂ ਤੋਂ ਲੈ ਕੇ ਇੱਥੋਂ ਤੱਕ, ਵੀ ਸਾਗ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਖਾਧਾ ਜਾਂਦਾ ਐਂਡ ਸੋ ਔਨ। ਇਹ ਸਾਰਾ ਪੈਰਾਗ੍ਰਾਫ ਆ ਜਾਊਗਾ। ਫਸਟ ਪੈਰੇ 'ਚੋਂ ਆਪਣੇ ਬਣ ਗਏ 5 ਕੁਐਸਚਨ। ਜੇ ਤੁਸੀਂ ਉਹਨੂੰ ਵੀ ਗਿਣਦੇ ਹੋ ਵੀ ਕਿਸ ਚੀਜ਼ 'ਚ ਬਣਾਇਆ ਜਾਂਦਾ ਅਤੇ ਅੱਗ ਕੀ ਬਾਲੀ ਜਾਂਦੀ, ਤਾਂ 7 ਕੁਐਸਚਨ ਹੋ ਗਏ। ਹੁਣ ਆਪਾਂ ਆਉਂਦੇ ਹਾਂ ਜੰਡ ਦੇ ਰੁੱਖ 'ਤੇ। ਜੰਡ, ਪਹਿਲਾਂ ਆਪਾਂ ਇਹਦੀ ਫੋਟੋ ਦੇਖ ਲੈਂਦੇ ਹਾਂ। ਆਹ ਦੇਖੋ, ਇਹੋ ਜਿਹਾ ਹੁੰਦਾ ਜੰਡ ਦਾ ਰੁੱਖ। ਆਹ ਫੋਟੋ ਹੈ। ਪਹਿਲੇ ਸਮਿਆਂ ਵਿੱਚ ਜੰਡ ਦੇ ਰੁੱਖ ਪੰਜਾਬ ਵਿੱਚ ਆਮ ਸਨ। ਇਸੇ ਕਰਕੇ ਜੰਡਾਂ ਦੇ ਰੁੱਖਾਂ ਨਾਲ ਕਈ ਲੋਕ ਵਿਸ਼ਵਾਸ ਵੀ ਜੁੜੇ ਹੋਏ ਹਨ। ਪਹਿਲੇ ਸਮਿਆਂ ਦੇ ਵਿਆਹਾਂ ਵਿੱਚ ਕਈ ਜਾਤਾਂ ਵਿੱਚ ਜੰਡ ਕੱਟਣ ਜਾਂ ਜੰਡ ਵੱਢਣ ਦਾ ਰਿਵਾਜ਼ ਸੀ। ਜੰਡ ਕੱਟਣ ਦੀ ਰਸਮ ਜੰਨ ਚੜ੍ਹਨ ਸਮੇਂ ਲਾੜਾ ਜੰਡ ਦੁਆਲੇ 7 ਗੇੜੇ ਦੇ ਕੇ ਕਰਦਾ ਸੀ। ਕਈ ਹਿੰਦੂ ਬੱਚੇ ਦੇ ਮੁੰਡਣ ਸਮੇਂ ਜੰਡ ਕੱਟਣ ਦੀ ਰਸਮ ਕਰਦੇ ਹਨ। ਹੋਰ ਵੀ ਹਿੰਦੂਆਂ ਦੀਆਂ ਕਈ ਰਸਮਾਂ ਜੰਡ ਨਾਲ ਜੁੜੀਆਂ ਹੋਈਆਂ ਹਨ। ਹੁਣ ਇਹਦੇ 'ਚ ਆਪਣਾ ਕੁਐਸਚਨ ਬਣ ਸਕਦਾ ਵੀ ਜੰਡ ਨਾਲ ਕਿਹੜੀਆਂ ਰਸਮਾਂ ਸੰਬੰਧਿਤ ਹਨ? ਇਹ ਵੀ ਲਿਖ ਲੈਂਦੇ ਹਾਂ। ਇਹ ਵੀ ਆਪਾਂ ਲਿਖ ਲਿਆ। ਚਲੋ, ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਸੰਬੰਧਿਤ ਗੁਰਦੁਆਰਾ ਜੰਡਸਰ ਤਲਵੰਡੀ ਸਾਬੋ ਵਿੱਚ ਹੈ। ਤਾਂ ਹੁਣ ਉਹ ਪੁੱਛ ਸਕਦੇ ਵੀ ਤਲਵੰਡੀ ਸਾਬੋ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਸੰਬੰਧਿਤ ਗੁਰਦੁਆਰਾ ਉਹਦਾ ਨਾਂ ਕੀ ਹੈ, ਜਾਂ ਫਿਰ ਜੰਡਸਰ ਗੁਰਦੁਆਰਾ ਕਿੱਥੇ ਹੈ? ਤਾਂ ਜੇ ਉਹ ਪੁੱਛਣਗੇ ਜੰਡਸਰ ਗੁਰਦੁਆਰਾ ਕਿੱਥੇ ਹੈ ਤਾਂ ਆਪਾਂ ਲਿਖਾਂਗੇ ਤਲਵੰਡੀ ਸਾਬੋ ਵਿੱਚ ਹੈ। ਜੇ ਉਹ ਪੁੱਛਣਗੇ ਵੀ ਕਿਹੜਾ ਗੁਰਦੁਆਰਾ ਸੰਬੰਧਿਤ ਹੈ ਤਾਂ ਆਪਾਂ ਲਿਖਾਂਗੇ ਜੰਡਸਰ, ਗੁਰਦੁਆਰਾ ਜੰਡਸਰ। ਇਹ ਵੀ ਆਪਾਂ ਲਿਖ ਲੈਂਦੇ ਹਾਂ ਕੁਐਸਚਨ। ਇਹਨੂੰ ਆਪਾਂ ਇੱਕ ਕੁਐਸਚਨ 'ਚ ਹੀ ਕਨਵਰਟ ਕਰਦੇ ਨੇ। ਯਾਦ ਕਰਨ ਵਾਸਤੇ ਤਾਂ ਇੱਕੋ ਹੀ ਸਹੀ ਹੈ, ਪਰ ਜਦੋਂ ਤੁਹਾਨੂੰ ਪੇਪਰ 'ਚ ਪੁੱਛਿਆ ਜਾਊਗਾ ਉਦੋਂ ਤੁਹਾਨੂੰ ਅੱਡ ਹੀ ਲਿਖਣਾ ਪਊਗਾ। ਤਲਵੰਡੀ ਸਾਬੋ ਵਿੱਚ
ਇੱਥੇ ਤਲਵੰਡੀ ਸਾਬੋ ਲਿਖਣਾ ਭੁੱਲ ਗਈ, ਪਰ ਤੁਸੀਂ ਲਿਖ ਦਿਓ। ਤਲਵੰਡੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ, ਗੁਰੂ ਗੋਬਿੰਦ ਸਿੰਘ ਜੀ ਕਿਹੜਾ ਗੁਰਦੁਆਰਾ ਬਣਿਆ ਹੋਇਆ ਹੈ? ਠੀਕ ਹੈ, ਹੁਣ ਆਪਾਂ ਅਗਲੇ ਪਾਰਟ 'ਤੇ ਆ ਜਾਂਦੇ ਹਾਂ। ਇੱਥੇ ਇੱਕ ਜੰਡ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨ੍ਹਿਆ ਸੀ। ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਜੀ ਕੁਝ ਸਮੇਂ ਇੱਥੇ ਜਲ ਥੱਲੇ ਠਹਿਰੇ ਸਨ। ਇੱਥੇ ਜੰਡ ਥੱਲੇ ਠਹਿਰੇ ਸਨ। ਇੱਥੇ ਵੀ ਜੰਡ ਸਾਹਿਬ ਗੁਰਦੁਆਰਾ ਹੈ। ਪਿੰਡ ਦਾ ਨਾਂ ਵੀ ਜੰਡ ਸਾਹਿਬ ਹੈ। ਹੁਣ ਉਹ ਤੁਹਾਨੂੰ ਆਹ ਇੰਸੀਡੈਂਟ ਦੇ ਕੇ ਪੁੱਛ ਸਕਦੇ ਹੈ ਵੀ ਉੱਥੇ ਕਿਹੜਾ ਗੁਰਦੁਆਰਾ ਹੈ, ਜਾਂ ਫਿਰ ਉਹ ਪੁੱਛਣਗੇ ਆ ਗੁਰਦੁਆਰੇ ਵਿੱਚ ਇਹਦਾ ਨਾਂ ਜੰਡ ਸਾਹਿਬ ਕਿਉਂ ਰੱਖਿਆ ਗਿਆ। ਤਾਂ ਆਪਾਂ ਲਿਖ ਲੈਂਦੇ ਹਾਂ ਜੰਡ ਸਾਹਿਬ ਦਾ ਨਾਂ ਇਸ ਤਰ੍ਹਾਂ ਕਿਉਂ ਰੱਖਿਆ ਗਿਆ। ਓਕੇ, ਹੁਣ ਆਪਾਂ ਨੈਕਸਟ ਪਾਰਟ 'ਤੇ ਆ ਜਾਂਦੇ ਹਾਂ। ਹਾਂ, ਇਸੇ ਤਰ੍ਹਾਂ ਹੀ ਹੁਸ਼ਿਆਰਪੁਰ, ਮੁਕਤਸਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਜਿੱਥੇ ਗੁਰੂ ਸਾਹਿਬਾਨ ਜੰਡ ਹੇਠ ਆਪ ਠਹਿਰੇ ਜਾਂ ਘੋੜਾ ਬੰਨਿਆ, ਉੱਥੇ ਵੀ ਗੁਰਦੁਆਰੇ ਬਣੇ ਹੋਏ ਹਨ। ਹੋਰ ਕਿਹੜੀਆਂ ਜਗ੍ਹਾਵਾਂ 'ਤੇ ਬਣੇ ਹੋਏ ਹਨ? ਹੁਸ਼ਿਆਰਪੁਰ, ਮੁਕਤਸਰ ਅਤੇ ਫਰੀਦਕੋਟ। ਇਹ ਮੈਂ ਤਾਂ ਐਵੇਂ ਅੰਡਰਲਾਈਨ ਕਰ ਲਿਆ ਕਿਉਂਕਿ ਇਹਦਾ ਜੇ ਆਪਾਂ ਅੱਡ ਕੁਐਸਚਨ ਬਣਾਵਾਂਗੇ ਤਾਂ ਮੈਂ ਕਹਿੰਦੀ ਹਾਂ ਵੈਸੇ ਕੁਐਸਚਨ ਜ਼ਿਆਦਾ ਲੰਬਾ ਹੋ ਜਾਊਗਾ, ਆਨਸਰ ਛੋਟਾ ਹੋਊਗਾ, ਇਸ ਲਈ ਮੈਂ ਨਹੀਂ ਬਣਾਇਆ। ਬਸ ਐਵੇਂ ਯਾਦ ਕਰ ਲਿਓ ਵੀ ਕਿੱਥੇ ਕਿੱਥੇ ਹੈ ਹੋਰ ਗੁਰਦੁਆਰੇ, ਹੁਸ਼ਿਆਰਪੁਰ, ਫਰੀਦਕੋਟ ਅਤੇ ਮੁਕਤਸਰ। ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਹਾਣੀ ਦਾ ਅੰਤ ਵੀ ਮਿਰਜ਼ੇ ਦਾ ਕਤਲ ਸਾਹਿਬਾਂ ਦੇ ਭਰਾਵਾਂ ਵੱਲੋਂ ਜੰਡ ਦੇ ਰੁੱਖ ਥੱਲੇ ਕਰਕੇ ਕੀਤਾ ਗਿਆ ਸੀ। ਹੁਣ ਆਪਾਂ ਇਹ ਕੁਐਸਚਨ ਬਣਾ ਸਕਦੇ ਹਾਂ ਇੱਥੋਂ ਵੀ ਜੰਡ ਦੇ ਰੁੱਖ ਦੀ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਹਾਣੀ ਵਿੱਚ ਕੀ ਰੁਕ ਜਾਓ ਇੱਕ ਮਿੰਟ। ਜੰਡ ਦਾ ਰੁੱਖ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਥਾ ਵਿੱਚ ਮਹੱਤਵਪੂਰਨ ਕਿਉਂ ਹੈ? ਆਪਾਂ ਇਹ ਵੀ ਲਿਖ ਲੈਂਦੇ ਹਾਂ। ਚਲੋ ਇੱਥੇ ਜਗ੍ਹਾ ਹੈ ਨਹੀਂ, ਅਗਲੇ ਪੇਜ 'ਤੇ ਲਿਖ ਲੈਂਦੇ। ਜੰਡ ਦਾ ਰੁੱਖ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਹਾਣੀ ਵਿੱਚ ਕਿਉਂ ਮਹੱਤਵਪੂਰਨ ਹੈ? ਆਪਾਂ ਇਹ ਲਿਖ ਦਾਂਗੇ ਲਾਈਨ ਵੀ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਹਾਣੀ ਦਾ ਅੰਤ ਮਿਰਜ਼ੇ ਦਾ ਕਤਲ ਸਾਹਿਬਾਂ ਦੇ ਭਰਾਵਾਂ ਵੱਲੋਂ ਜੰਡ ਦੇ ਰੁੱਖ ਥੱਲੇ ਕਰਕੇ ਕੀਤਾ ਗਿਆ ਸੀ। ਵੈਸੇ ਕੁਐਸਚਨ ਇਸ ਤਰ੍ਹਾਂ ਨਹੀਂ ਆਊਗਾ, ਪਰ ਯਾਦ ਕਰਨ ਵਾਸਤੇ ਤੁਸੀਂ ਜਿਵੇਂ ਮਰਜ਼ੀ ਕੁਐਸਚਨ ਬਣਾ ਸਕਦੇ ਹੋ। ਮੈਨੂੰ ਆਪ ਨੂੰ ਲੱਗਦਾ ਵੀ ਕੁਐਸਚਨ ਬਣਾ ਕੇ ਯਾਦ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ ਸਿੰਪਲੀ ਯਾਦ ਕਰਨ ਨਾਲੋਂ, ਇਸ ਲਈ ਮੈਂ ਕੁਐਸਚਨ ਬਣਾਉਂਦੀ ਹਾਂ ਹਮੇਸ਼ਾ। ਬ੍ਰਾਹਮਣ, ਖੱਤਰੀ ਅਤੇ ਬਿਸ਼ਨੋਈ ਜਾਤੀ ਵਾਲੇ ਪਿੰਡ ਦੀ ਪੂਜਾ ਕਰਦੇ ਹਨ। ਜੰਡ ਦੀ ਪੂਜਾ ਕਰਦੇ ਹਨ। ਕਿਹੜੀ ਜਾਤ ਦੇ ਲੋਕ ਜੰਡ ਦੀ ਪੂਜਾ ਕਰਦੇ ਹਨ? ਹੁਣ ਇਹਦਾ ਆਨਸਰ ਹੋ ਜਾਊਗਾ ਬ੍ਰਾਹਮਣ, ਖੱਤਰੀ ਅਤੇ ਬਿਸ਼ਨੋਈ।
ਇਸ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਪੰਜਾਬ ਵਿੱਚ ਪਹਿਲਾਂ ਸਮਿਆਂ ਵਿੱਚ ਜੰਡਾਂ ਦੇ ਰੁੱਖਾਂ ਦੀ ਭਰਮਾਰ ਸੀ। ਵੀ ਉਹਨਾਂ ਨੇ ਇੰਨੇ ਸਾਰੇ ਐਗਜ਼ਾਮਪਲ ਦਿੱਤੇ, ਇੱਥੇ ਵੀ ਜੰਡ ਦਾ ਰੁੱਖ ਆਇਆ, ਉੱਥੇ ਵੀ ਜੰਡ ਦਾ ਰੁੱਖ ਆਇਆ, ਮਤਲਬ ਉਦੋਂ ਬਹੁਤ ਜ਼ਿਆਦਾ ਹੁੰਦੇ ਸੀ ਜੰਡ ਦੇ ਰੁੱਖ। ਜੰਡ ਜੰਗਲੀ ਰੁੱਖ ਹੈ। ਅਤੇ ਇੱਥੇ ਇੱਕ ਚੀਜ਼ ਤੁਸੀਂ ਯਾਦ ਰੱਖਣੀ ਹੈ ਵੀ ਜਿਹੜਾ ਮਿਰਜ਼ਾ ਸੀ ਉਹ ਮੁੰਡਾ ਸੀ ਅਤੇ ਸਾਹਿਬਾਂ ਕੁੜੀ ਸੀ। ਇਸ ਚੀਜ਼ ਵਿੱਚ ਬਹੁਤ ਬੱਚੇ ਕਨਫਿਊਜ਼ ਹੋ ਜਾਂਦੇ ਆ। ਹਾਂ, ਰੇਤਲੀਆਂ ਅਤੇ ਖੁਸ਼ਕ ਜ਼ਮੀਨਾਂ ਵਿੱਚ ਹੁੰਦਾ ਹੈ। ਜਿਹੜਾ ਜੰਡ ਦਾ ਰੁੱਖ ਹੈ ਉਹ ਰੇਤਲੀਆਂ ਅਤੇ ਖੁਸ਼ਕ ਜ਼ਮੀਨਾਂ ਵਿੱਚ ਹੁੰਦਾ ਹੈ। ਜੰਡ ਦਾ ਰੁੱਖ ਕਿਸ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਹੁੰਦਾ ਹੈ? ਜੰਡ ਦਾ ਰੁੱਖ ਕਿਸ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਹੁੰਦਾ ਹੈ? ਉਹ ਤਾਂ ਇਹ ਹੋ ਗਿਆ ਰੇਤਲੀਆਂ ਅਤੇ ਖੁਸ਼ਕ ਜ਼ਮੀਨਾਂ। ਇਸ ਨੂੰ ਫਲ ਅਪ੍ਰੈਲ ਮਈ ਵਿੱਚ ਪੈਂਦੇ ਹਨ। ਇਸ ਨੂੰ ਫਲ ਕਿਹੜੇ ਮਹੀਨੇ ਵਿੱਚ ਪੈਂਦੇ ਹਨ? ਫਲ ਕਿਹੜੇ ਮਹੀਨਿਆਂ ਵਿੱਚ ਪੈਂਦੇ ਹਨ? ਤਾਂ ਹੋ ਗਿਆ ਅਪ੍ਰੈਲ ਅਤੇ ਮਈ ਵਿੱਚ ਪੈਂਦੇ ਹਨ। ਫਲੀਆਂ ਜੂਨ ਵਿੱਚ ਬਣਦੀਆਂ ਹਨ। ਫਲੀਆਂ ਕਦੋਂ ਬਣਦੀਆਂ ਹਨ? ਇਹਦੇ ਵਿੱਚੋਂ ਛੋਟੇ ਛੋਟੇ ਕੁਐਸਚਨਸ ਬਹੁਤ ਬਣ ਸਕਦੇ ਆ। ਜੇ ਮੈਂ ਮੇਨ ਕੁਐਸਚਨ ਇਸ ਪੂਰੇ ਚੈਪਟਰ 'ਚੋਂ ਦੱਸਾਂ, ਜਿਹੜਾ ਵੱਡਾ ਕੁਐਸਚਨ ਬਣ ਸਕਦਾ, ਉਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈਗਾ ਵੀ ਸਾਗ ਬਣਾਉਣ ਦੀ ਵਿਧੀ ਦੱਸੋ। ਉਹ ਸਭ ਤੋਂ ਇੰਪੋਰਟੈਂਟ ਹੈ। ਫਲੀਆਂ ਕਦੋਂ ਪੈਂਦੀਆਂ ਹਨ? ਜੰਡ ਵਿੱਚੋਂ ਕੋਈ ਏਡਾ ਲੰਬਾ ਆਨਸਰ ਨਹੀਂ ਬਣ ਸਕਦਾ, ਜਾਂ ਫਿਰ ਉਹ ਤੁਹਾਨੂੰ ਐਂ ਕਹਿ ਸਕਦੇ ਵੀ ਜੰਡ ਦੇ ਰੁੱਖ ਬਾਰੇ ਤੁਸੀਂ ਕੀ ਜਾਣਦੇ ਹੋ, ਉਹ ਲੰਬਾ ਆਨਸਰ ਬਣ ਸਕਦਾ। ਉਹਦੇ ਵਿੱਚ ਤੁਹਾਨੂੰ ਜੋ ਵੀ ਇੰਪੋਰਟੈਂਟ ਲੱਗਦਾ ਹੈ ਇਹਦੇ ਵਿੱਚ ਉਹ ਤੁਸੀਂ ਲਿਖ ਦੋਗੇ ਸਾਰੇ ਦਾ ਸਮਰੀ ਕਰਕੇ ਇਸ ਪੈਰਾਗ੍ਰਾਫ ਦੀ। ਠੀਕ ਹੈ, ਅਗਲਾ ਪੁਆਇੰਟ। ਕੱਚੀਆਂ ਫਲੀਆਂ ਨੂੰ ਛੋਟੀਆਂ ਛੋਟੀਆਂ ਕੱਟ ਕੇ ਲੱਸੀ ਦੇ ਪਨੀਰ ਵਿੱਚ ਪਾ ਕੇ ਖਾਂਦੇ ਹਨ। ਛੋਟੀਆਂ ਫਲੀਆਂ ਨੂੰ ਕਿਵੇਂ ਖਾਂਦੇ ਹਨ? ਛੋਟੀਆਂ ਫਲੀਆਂ ਨੂੰ ਕਿਵੇਂ ਖਾਧਾ ਜਾਂਦਾ ਹੈ? ਕਿਵੇਂ ਖਾਧਾ ਜਾਂਦਾ ਹੈ? ਤਾਂ ਇਹਨਾਂ ਨੂੰ ਕੱਟ ਕੇ ਲੱਸੀ ਦੇ ਪਨੀਰ ਵਿੱਚ ਪਾ ਕੇ ਖਾਂਦੇ ਹਨ। ਫਲੀਆਂ ਸੁਕਾ ਕੇ ਜਾਂ ਉਬਾਲ ਕੇ ਵੀ ਖਾਧੀਆਂ ਜਾਂਦੀਆਂ ਹਨ। ਇਹ ਪੁਆਇੰਟ ਵੀ ਆਊਗਾ ਇਹਦੇ 'ਚ। ਫੁੱਲ ਸੱਕ ਅਤੇ ਫਲੀਆਂ ਨੂੰ ਕਈ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ। ਹੁਣ ਇੱਥੇ ਆਹ ਕੁਐਸਚਨ ਆ ਜਾਊਗਾ ਵੀ ਜੰਡ ਦੇ ਰੁੱਖ ਆਪਣੀ ਕਿਸ ਤਰ੍ਹਾਂ ਮਦਦ ਕਰਦੇ ਹਨ, ਉਹਨਾਂ ਦੇ ਕੀ ਕੀ ਯੂਜ਼ ਹੁੰਦੇ ਹਨ। ਵੀ ਪਹਿਲੀ ਗੱਲ ਤਾਂ ਆ ਜਾਊ ਵੀ ਜੰਡ ਦੀ ਫਲੀਆਂ ਦੇ ਕੱਟ ਕੇ ਲੱਸੀ ਦੇ ਪਨੀਰ ਵਿੱਚ ਪਾ ਕੇ ਖਾਧੀਆਂ ਜਾਂਦੀਆਂ ਹਨ। ਫਿਰ ਆ ਜਾਊ ਫਲੀਆਂ ਸੁਕਾ ਕੇ ਜਾਂ ਉਬਾਲ ਕੇ ਵੀ ਖਾਧੀਆਂ ਜਾਂਦੀਆਂ ਹਨ। ਫੁੱਲ ਸੁੱਕ ਕੇ ਫਲੀਆਂ ਨੂੰ ਕਈ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ। ਫੁੱਲ ਸੱਕ ਹੈ, ਸੱਕ ਹੁੰਦੀ ਬਾਕ ਟਰੀ ਦੀ। ਬੱਕਰੀਆਂ ਭੇਡਾਂ ਵੀ ਪੱਤੇ ਫਲੀਆਂ ਖੁਸ਼ ਹੋ ਕੇ ਖਾਂਦੀਆਂ ਹਨ। ਪੱਤੇ ਚਾਰੇ ਵਜੋਂ ਵਰਤੇ ਜਾਂਦੇ ਸਨ। ਲੱਕੜ, ਗੱਡੇ ਦੇ ਪਹੀਏ, ਖੇਤੀਬਾੜੀ ਦੇ ਸੰਦ, ਘਰ ਬਣਾਉਣ ਅਤੇ ਬਾਲਣ ਦੇ ਕੰਮ ਆਉਂਦੀ ਸੀ। ਜੰਡ ਦਾ ਰੁੱਖ ਜਦ ਬਹੁਤ ਪੁਰਾਣਾ ਹੋ ਜਾਂਦਾ ਸੀ ਤਾਂ ਉਸ ਦੇ ਅੰਦਰ ਖੋਲ ਪੈ ਜਾਂਦਾ ਸੀ। ਇਸ ਖੋਲ ਵਿੱਚ ਸੱਪ ਆਮ ਤੌਰ 'ਤੇ ਆਪਣੀ ਖੁੱਡ ਬਣਾ ਲੈਂਦੇ ਸਨ। ਹੁਣ ਆਪਾਂ ਇਹਦੇ 'ਚ ਜਿਹੜਾ ਕੁਐਸਚਨ ਬਣਾਇਆ ਸੀ, ਜੰਡ ਦੇ ਰੁੱਖ ਦੀ ਕੀ ਵਰਤੋਂ ਹੈ? ਠੀਕ ਹੈ, ਇਹ ਫਿਰ ਇਹ ਸਾਰਾ ਪੈਰਾਗ੍ਰਾਫ ਆ ਜਾਊਗਾ। ਇਹਦੇ 'ਚੋਂ ਆ ਵੱਡਾ ਕੁਐਸਚਨ ਬਣ ਸਕਦਾ ਹੈ। ਇਹ ਆਲਮੋਸਟ ਤੁਸੀਂ ਕਹਿ ਲਓ 1 2 3 4 5 6 7 8 ਮਤਲਬ ਤੁਹਾਨੂੰ ਆ ਸਕਦਾ 5 ਮਾਰਕਸ 'ਚ ਵੀ ਆ ਸਕਦਾ। ਮੈਨੂੰ ਲੱਗਦਾ ਆਊਗਾ 3 ਜਾਂ 4 ਮਾਰਕਸ 'ਚ ਆਊਗਾ ਵੈਸੇ ਤਾਂ, ਬਟ 5 ਤੋਂ ਜ਼ਿਆਦਾ ਪੁਆਇੰਟਸ ਹੈ ਇਸ ਲਈ ਪਾ ਵੀ ਸਕਦੇ ਟੀਚਰਸ ਜੇ ਚਾਹੁਣ।
ਹੁਣ ਪੰਜਾਬ ਦੀ ਸਾਰੀ ਨਿੱਜੀ ਜ਼ਮੀਨ ਆਬਾਦ ਹੈ, ਇਸ ਲਈ ਤੁਹਾਨੂੰ ਕਿਸੇ ਵੀ ਨਿੱਜੀ ਜ਼ਮੀਨ ਵਿੱਚ ਜੰਡ ਦੇ ਰੁੱਖ ਨਹੀਂ ਮਿਲਣਗੇ। ਹਾਂ, ਸਰਕਾਰੀ ਜੰਗਲ ਦਾ ਕੰਢੀ ਏਰੀਏ ਵਿੱਚ ਸ਼ਾਇਦ ਤੁਹਾਨੂੰ ਜੰਡ ਰੁੱਖ ਮਿਲ ਜਾਣਗੇ। ਤੁਹਾਨੂੰ ਕੁਐਸਚਨ ਸ਼ਾਇਦ ਪਾ ਸਕਦੇ ਆ ਵੀ ਹੁਣ ਤੁਹਾਨੂੰ ਅੱਜ ਕੱਲ੍ਹ ਜੰਡ ਦੇ ਰੁੱਖ ਕਿੱਥੇ ਮਿਲਣਗੇ, ਤਾਂ ਤੁਸੀਂ ਕਹਿੰਦੋਗੇ ਸਰਕਾਰੀ ਜੰਗਲ ਦੇ ਕੰਢੇ ਏਰੀਏ ਵਿੱਚ। ਅਗਲਾ ਹੁਣ ਸੱਗੀ 'ਤੇ ਆ ਗਿਆ ਆਪਾਂ। ਅੱਛਾ, ਆਪਾਂ ਉਹਦਾ ਲਾਸਟ ਕੁਐਸਚਨ ਨਹੀਂ ਲਿਖਿਆ ਨਾ, ਰੁਕ ਜਾਓ। ਜੰਡ ਦੇ ਰੁੱਖ ਹੁਣ ਕਿੱਥੇ ਮਿਲਦੇ ਹਨ? ਓਕੇ, ਇਹ 'ਚੋਂ ਬਣ ਗਏ ਮੈਨੂੰ ਲੱਗਦਾ 7 ਕੁਐਸਚਨ ਬਣ ਗਏ। ਪਿਛਲੇ ਸਾਗ ਵਾਲੇ ਪਹਿਰੇ ਵਿੱਚੋਂ ਬਣੇ ਸੀ, ਸੌਰੀ ਇਹਦੇ 'ਚੋਂ 7 ਨਹੀਂ ਬਣੇ, ਇਹਦੇ 'ਚੋਂ 8 ਬਣੇ ਆ। ਨਹੀਂ ਰੁਕ ਜਾਓ, ਸਾਗ ਵਾਲੇ 'ਚੋਂ ਘੱਟ ਸੀ। ਆਪਾਂ ਜੰਡ ਦੇ ਵੀ ਇੱਥੇ ਲਿਖਿਆ ਸੀ ਨਾ। ਸਰੋਂ ਦੇ ਸਾਗ ਵਿੱਚੋਂ 1 2 3 4 5 ਕੁਐਸਚਨ ਹੈ, ਅਤੇ ਉਹਦੇ ਵਿੱਚੋਂ ਹੈਗੇ ਹੈ ਮੈਨੂੰ ਲੱਗਦਾ 9 ਕੁਐਸਚਨ। ਹਾਂ, ਜੰਡ ਵਿੱਚੋਂ 9 ਹੈ। ਹੁਣ ਆਪਾਂ ਸੱਗੀ ਪੜ੍ਹਦੇ ਹਾਂ। ਸੋਨੇ ਦੀ ਇੱਕ ਟੂਮ ਜਿਸ ਨੂੰ ਇਸਤਰੀਆਂ ਆਪਣੇ ਸਿਰ ਦੇ ਵਾਲਾਂ ਵਿੱਚ ਗੁੰਦਦੀਆਂ ਹਨ, ਸੱਗੀ ਕਹਿੰਦੇ ਹਨ। ਹੁਣ ਪਹਿਲਾਂ ਹੀ ਕੁਐਸਚਨ ਆ ਜਾਂਦਾ, ਸੱਗੀ ਕਿਸ ਨੂੰ ਕਹਿੰਦੇ ਹਨ? ਤਾਂ ਇਹ ਹੋ ਗਿਆ ਸੋਨੇ ਦੀ ਇੱਕ ਟੂਮ ਜਿਸ ਨੂੰ ਇਸਤਰੀਆਂ ਆਪਣੇ ਸਿਰ ਦੇ ਵਾਲਾਂ ਵਿੱਚ ਗੁੰਦਦੀਆਂ ਹਨ, ਸੱਗੀ ਕਹਿੰਦੇ ਹਨ। ਕਈ ਇਲਾਕਿਆਂ ਵਿੱਚ ਇਸ ਨੂੰ ਚੌਂਕ ਵੀ ਕਿਹਾ ਜਾਂਦਾ ਹੈ। ਸੱਗੀ ਦਾ ਹੋਰ ਨਾਂ ਕੀ ਹੈ? ਸੱਗੀ ਦਾ ਹੋਰ ਨਾਂ ਕੀ ਹੈ?